फिर सुल्तान बाहू एक होया खासा मर्द हकानी दोहड़े पाक जबान ओदी दे रोशन दही जहानी। ਤੁਹਾਨੂੰ ਸ਼ੇਰ ਤੋਂ ਪਤਾ ਲੱਗ ਗਿਆ ਹੋਊਗਾ ਵੀ ਅੱਜ ਦੀ ਆਪਣੀ ਕਲਾਸ ਹੈ ਜਿਹੜੀ ਉਹ ਹੈਗੀ ਹੈ ਜੀ ਸੁਲਤਾਨ ਬਾਹੂ ਬਾਰੇ। ਉਸ ਤੋਂ ਪਹਿਲਾਂ ਜਿਹੜੀਆਂ ਆਪਾਂ ਜਮਾਤਾਂ ਪੜ੍ਹੀਆਂ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਸ਼ੇਖ ਫਰੀਦ ਨੂੰ ਪੜ੍ਹਿਆ ਆਦਿ ਕਾਲ ਦੇ ਵਿੱਚ, ਫਿਰ ਆਪਾਂ ਪੜ੍ਹਿਆ ਜੀ ਸ਼ਾਹ ਹੁਸੈਨ ਨੂੰ। ਹੁਣ ਆਪਾਂ ਗੱਲ ਕਰਾਂਗੇ ਜੀ ਅੱਜ ਸੁਲਤਾਨ ਬਾਹੂ ਦੀ। ਇਹ ਹੈ ਜਿਹੜਾ ਇਹ 11th ਵਾਲੀ ਜਿਹੜੀ RBSC ਵਾਲੀ ਬੁੱਕ ਹੈ ਉਹਦਾ ਇਹ PDF ਹੈ ਜੀ। ਅਤੇ ਉਹਦੇ ਵਿੱਚੋਂ ਆਪਾਂ ਥੋੜ੍ਹੀਆਂ ਕੰਮ ਦੀਆਂ ਗੱਲਾਂ ਦੇਖਣੀਆਂ ਸਭ ਤੋਂ ਪਹਿਲਾਂ, ਕਿਉਂਕਿ ਇਹਦੇ ਵਿੱਚੋਂ ਹੈ ਜਿਹੜਾ ਇਹਦੇ ਵਿੱਚੋਂ ਹੀ ਪ੍ਰਸ਼ਨ ਇਸ ਤਰ੍ਹਾਂ ਦਾ ਕਈ ਵਾਰੀ ਬਣ ਜਾਂਦਾ ਵੀ ਸਾਡੀ ਸਮਝ ਦੇ ਵਿੱਚ ਨਹੀਂ ਆਉਂਦਾ। ਸ਼ਬਦਾਵਲੀ ਸਾਰੀ ਸ਼ਬਦਾਂ ਦੀ ਖੇਡ ਹੈ ਇਹ। ਚਲੋ ਫਿਰ ਸ਼ਬਦਾਂ ਨੂੰ ਪਹਿਚਾਣੀਏ। ਪਹਿਲੀ ਲਾਈਨ ਹੀ ਬੜੀ ਖਤਰਨਾਕ ਲਿਖ ਰੱਖੀ ਹੈ ਵੀ ਸੁਲਤਾਨ ਬਾਹੂ ਇਸ ਕਾਲ ਦਾ ਪ੍ਰਸਿੱਧ ਬੌਧਿਕ ਸੂਫੀ ਕਵੀ ਹੈ। ਸੁਲਤਾਨ ਬਾਹੂ ਹੈ ਜਿਹੜਾ ਉਸ ਨੂੰ ਬੌਧਿਕ ਰਹੱਸਵਾਦ ਦੇ ਨਾਲ ਸੰਬੰਧਿਤ ਕਵੀ ਮੰਨਿਆ ਜਾਂਦਾ ਹੈ, ਕਵੀ ਆਖਿਆ ਜਾਂਦਾ ਹੈ, ਕਿਉਂਕਿ ਇਸ ਦੇ ਰਹੱਸਵਾਦ ਨੂੰ ਇਹ ਸੁਲਤਾਨ ਬਾਹੂ ਦੀਆਂ ਰਚਨਾਵਾਂ ਨੂੰ ਸਮਝਣ ਵਾਸਤੇ ਬੁੱਧੀ ਦੀ ਲੋੜ ਪੈਂਦੀ ਹੈ। ਹਾਲਾਂਕਿ ਦੂਜਿਆਂ ਦੀਆਂ ਰਚਨਾਵਾਂ ਵੀ ਸਮਝਣ ਵਾਸਤੇ ਬੁੱਧੀ ਦੀ ਦਿਮਾਗ ਦੀ ਵਰਤੋਂ ਆਪਾਂ ਨੂੰ ਕਰਨੀ ਪੈਂਦੀ ਹੈ, ਪਰ ਇਹਦੇ ਨਾਲ ਕੁਛ ਜ਼ਿਆਦਾ ਹੀ ਬੌਧਿਕ ਰਹੱਸਵਾਦ ਜੁੜਿਆ ਹੋਇਆ। ਜਨਮ ਅਤੇ ਮ੍ਰਿਤਿੂ ਦਾ ਸਮਾਂ 1631-1691 ਦੇ ਰੱਖਿਆ। ਨੋ ਡਾਊਟ ਕਿਤੇ ਕਿਤੇ ਬੁੱਕਸ ਦੇ ਵਿੱਚ ਤੁਸੀਂ ਹੋਰ ਪੜ੍ਹ ਸਕਦੇ ਹੋ 31-32 ਦੇ ਰੱਖਿਆ, 91 ਦਾ 92, ਪਰ ਕੋਈ ਦਿੱਕਤ ਨਹੀਂ ਹੈ। ਇਹ ਹੈ ਜਿਹੜਾ ਕੁਐਸਚਨ ਆਪਣੇ ਕੰਮ ਦਾ ਨਹੀਂ ਹੈ। ਜਿਹੜਾ ਪਹਿਲਾ ਪ੍ਰਸ਼ਨ ਆ ਉਹ ਵੀ ਇਸ ਕਾਲ ਦਾ ਪ੍ਰਸਿੱਧ ਬੌਧਿਕ ਸੂਫੀ ਕਵੀ ਹੈ, ਇੱਕ ਸਾਧਾਰਨ ਪੱਧਰ ਦਾ ਨਹੀਂ ਹੈ। ਜਿਵੇਂ ਆਪਾਂ ਇੱਕ ਆਧੁਨਿਕ ਕਾਲ ਦੇ ਵਿੱਚ ਇੱਕ ਕਵੀ ਪੜ੍ਹਦੇ ਹਾਂ ਆਪਾਂ ਪ੍ਰੀਤਮ ਸਿੰਘ ਸਫੀਰ, ਉਹਦੀਆਂ ਰਚਨਾਵਾਂ ਨੂੰ ਪੜ੍ਹਨ ਵਾਸਤੇ ਸਾਨੂੰ ਬੌਧਿਕਤਾ ਦੀ ਲੋੜ ਹੈ ਉਹਦੀ, ਕਿਉਂਕਿ ਉਹਦੀਆਂ ਰਚਨਾਵਾਂ ਦਾ ਵਿਸ਼ਾ ਜਿਹੜਾ ਉਹ ਬੌਧਿਕਤਾ ਦੇ ਨਾਲ ਸੰਬੰਧਿਤ ਹੁੰਦਾ ਹੈ। ਉਵੇਂ ਹੀ ਇੱਕ ਇਹ ਬੌਧਿਕ ਸੂਫੀ ਕਵੀ ਹੈ ਜੀ। ਉਸ ਦਾ ਜਨਮ 1631 ਈਸਵੀ ਪਿੰਡ ਅਵਾਣ ਤਹਿਸੀਲ ਸ਼ੇਰਕੋਟ ਜ਼ਿਲ੍ਹਾ ਝੰਗ ਪਾਕਿਸਤਾਨ ਦੇ ਵਿੱਚ ਹੁੰਦਾ ਜੀ। ਪਿਤਾ ਬਾਇਜੂਦ ਮੁਹੰਮਦ ਅਤੇ ਮਾਤਾ ਦਾ ਨਾਮ ਹੈ ਜੀ ਰਾਸਤੀ। ਮਾਤਾ ਦਾ ਬੜਾ ਪ੍ਰਭਾਵ ਹੈ ਇਸ ਬੰਦੇ ਦੀ ਜਿਹੜੀ ਇਹਦਾ ਜਿਹੜਾ ਜੀਵਨ ਹੈ ਅਧਿਆਤਮਿਕ ਜੀਵਨ, ਉਹਦੇ ਉੱਪਰ ਇਸ ਦੀ ਮਾਂ ਦਾ ਬੜਾ ਪ੍ਰਭਾਵ ਪੈਂਦਾ। ਆਪਦੀ ਮਾਂ ਦੇ ਬਾਰੇ ਬੜੀਆਂ ਸੋਹਣੀਆਂ ਗੱਲਾਂ ਕਰਦਾ, ਉਹ ਵੀ ਆਪਾਂ ਕਰਾਂਗੇ। ਆਪਣੀ ਮਾਂ ਬਾਰੇ ਲਿਖਿਆ ਇਹਨੇ ਬੜਾ ਪਿਆਰਾ। ਸੁਲਤਾਨ ਬਾਹੂ ਦਾ ਮੁੱਢਲਾ ਜੀਵਨ ਜੀ ਦੇਖੋ ਸ਼ਾਨੋ ਸ਼ੌਕਤ ਦੇ ਨਾਲ ਬੜਾ ਭਰਪੂਰ ਸੀ। 4 ਪਤਨੀਆਂ, 8 ਪੁੱਤਰ, 17 ਦਾਸੀਆਂ। ਦੇਖ ਲਓ ਕਿੱਡੀ ਸ਼ਾਨਦਾਰ ਜ਼ਿੰਦਗੀ ਸੀ ਸੁਲਤਾਨ ਬਾਹੂ ਦੀ। ਰਾਜਿਆਂ ਮਹਾਰਾਜਿਆਂ ਵਰਗੀ ਸੀ, ਕਿਉਂਕਿ ਸੁਲਤਾਨ ਬਾਹੂ ਹੈ ਜਿਹੜਾ ਇਹਨੂੰ ਬਾਦਸ਼ਾਹ ਔਰੰਗਜ਼ੇਬ ਇਹਦੀ ਬੜੀ ਰਿਸਪੈਕਟ ਕਰਦਾ ਹੁੰਦਾ ਸੀ ਸੁਲਤਾਨ ਬਾਹੂ ਦੀ। ਅਤੇ ਹੁਣ ਆਪਾਂ ਦੇਖਾਂਗੇ ਥੋੜ੍ਹਾ ਇਹਦੀਆਂ ਰਚਨਾਵਾਂ 'ਤੇ ਨਾ ਸੋਹਰਾਵਰਦੀ ਸੰਪਰਦਾਇ ਦਾ ਪ੍ਰਭਾਵ ਪੈਂਦਾ ਕਹਿੰਦੇ ਆ ਕਈ ਵਿਦਵਾਨਾਂ ਨੇ ਲਿਖ ਦਿੱਤਾ, ਪਰ ਇਹ ਕਾਦਰੀ ਸਰਵਰੀ ਫਿਰਕੇ ਨਾਲ ਸੰਬੰਧਿਤ ਹੈ। ਇਹ ਸੋਹਰਾਵਰਦੀ ਸੰਪਰਦਾਇ ਦਾ ਨਹੀਂ ਹੈ, ਕਾਦਰੀ ਸੰਪਰਦਾਇ ਦੇ ਨਾਲ ਸੰਬੰਧਿਤ ਹੈ, ਜਿਹਦਾ ਬਾਨੀ ਅਬਦੁਲ ਕਾਦਰ ਜਿਲਾਨੀ ਹੈ। ਨਾਮ ਤੁਸੀਂ ਜਾਣਦੇ ਹੀ ਹੋ। ਇਹਦਾ ਮਤਲਬ ਕੀ ਹੈ ਵੀ ਇਹ ਕਾਦਰੀ ਜਿਹੜਾ ਸੰਪਰਦਾਇ ਉਹਦੇ ਨਾਲ ਸੰਬੰਧਿਤ ਹੈ ਜੀ। ਸਭ ਤੋਂ ਪਹਿਲਾਂ ਦੇਖੋ ਜੀ ਇਹ ਸੂਫੀਆਂ ਦੇ ਕਾਦਰੀ ਸਰਵਰੀ ਫਿਰਕੇ ਨਾਲ ਸੰਬੰਧਿਤ ਹੈ। ਇੱਥੇ ਗੱਲ ਜਿਹੜੀ ਲਿਖੀ ਗਈ ਉਹ ਫੁੱਲ ਐਂਡ ਫਾਈਨਲ ਹੋਵੇਗੀ, ਇਸ 'ਤੇ ਮੋਹਰ ਲੱਗੂਗੀ। ਤੁਸੀਂ ਕਿਤੋਂ ਸੋਹਰਾਵਰਦੀ ਪੜ੍ਹਦੇ ਹੋ ਤਾਂ ਉਸ ਨੂੰ ਕ੍ਰੋਸ ਕਰ ਦਿਓ, ਦਿਮਾਗ 'ਚੋਂ ਕੱਢ ਦਿਓ। ਦਿੱਲੀ ਵਿੱਚ ਉਸ ਸਮੇਂ ਜੀ ਅਬਦੁਲ ਰਹਿਮਾਨ ਇਹਨਾਂ ਦਾ ਮੁਰਸ਼ਦ ਜਿਹੜਾ ਸੀ, ਰੂਹਾਨੀ ਮੁਰਸ਼ਦ, ਰੂਹਾਨੀ ਗੁਰੂ, ਉਹ ਸੀਗਾ ਜੀ ਅਬਦੁਲ ਰਹਿਮਾਨ। ਅਰਬੀ ਫਾਰਸੀ ਦਾ ਬੜਾ ਗਿਆਨ। ਤਵਾਰੀਖ ਸੁਲਤਾਨ ਬਾਹੂ ਦੇ ਅਨੁਸਾਰ ਅਰਬੀ ਅਤੇ ਫਾਰਸੀ ਵਿੱਚ ਉਸ ਦੀਆਂ 140 ਦੇ ਲਗਭਗ ਕਿਤਾਬਾਂ ਲਿਖੀਆਂ ਹੋਈਆਂ ਮਿਲ ਜਾਣਗੀਆਂ ਤੁਹਾਨੂੰ। ਅਰਬੀ ਫਾਰਸੀ ਦਾ ਵਿਦਵਾਨ ਹੋਣ ਕਰਕੇ ਇਸ ਦੀ ਪੰਜਾਬੀ ਰਚਨਾ ਦੇ ਉੱਪਰ ਬੌਧਿਕਤਾ ਦਾ ਬਹੁਤ ਪ੍ਰਭਾਵ ਹੈ। ਅਰਬੀ ਫਾਰਸੀ ਇੰਨੇ ਸ਼ਬਦਾਂ ਦੀ ਇਸ ਨੇ ਆਪਣੇ ਵਰਤੋਂ ਕਰ ਲਈ ਕਿ ਸਾਨੂੰ ਉਹਦੇ ਵਾਸਤੇ ਇਸ ਨੂੰ ਬੌਧਿਕ ਕਵੀ ਕਹਿਣਾ ਪਿਆ। ਉਸ ਤੋਂ ਬਾਅਦ ਦੇਖਦੇ ਹਾਂ ਜੀ ਸੈਫੁਲ ਮਲੂਕ ਜਿਹੜਾ ਕਿੱਸਾ ਉਹਦਾ ਕਰਤਾ ਮੁਹੰਮਦ ਬਖਸ਼, ਉਹਨੇ ਇੱਕ ਸੁਲਤਾਨ ਬਾਹੂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਹੈ। ਕਹਿੰਦਾ ਫੇਰ ਸੁਲਤਾਨ ਬਾਹੂ ਇੱਕ ਹੋਇਆ ਖਾਸਾ ਮਰਦ ਹਕਾਨੀ ਦੋਹੜੇ ਪਾਕ ਜ਼ੁਬਾਨ ਉਹਦੀ ਦੇ ਰੌਸ਼ਨ ਦੋਹੀਂ ਜਹਾਨੀ। ਹੁਣ ਇਹ ਹੈ ਜਿਹੜਾ ਇਹ ਸੁਲਤਾਨ ਬਾਹੂ ਨੂੰ ਇੱਕ ਮਤਲਬ ਵੀ ਸੁਲਤਾਨ ਬਾਹੂ ਨੂੰ ਸ਼ਰਧਾ ਦੇ ਫੁੱਲ ਜਿਹੜੇ ਅਰਪਣ ਕੀਤੇ ਆ। ਹਾਂਜੀ, ਸੁਲਤਾਨ ਬਾਹੂ ਨੇ ਪੰਜਾਬੀ ਵਿੱਚ ਦੋਹੜੇ ਅਤੇ ਸ਼ੀਰਫੀ 2 ਕਾਵਿ ਰੂਪਾਂ ਦੀ ਵਰਤੋਂ ਕੀਤੀ ਹੈ ਜੀ। ਦੋਹੜਾ ਐਕਚੁਅਲੀ ਦੇ ਵਿੱਚ ਛੰਦ ਹੈ। ਇੱਕ ਤੁਸੀਂ ਸੁਣਦੇ ਹੋ ਦੋਹਰਾ ਜਿਹੜਾ ਉਹ ਸਾਡਾ ਹੈਗਾ 13-11 ਵਾਲਾ, ਅਤੇ ਬਸ ਇਹ ਹੈ ਜਿਹੜਾ ਦੋਹੜਾ, ਇਹਦੇ ਵਿੱਚ ਦੋਹੜਾ ਛੰਦ ਹੈ ਜਿਹੜਾ ਇਹਦੇ ਵਿੱਚ 16-14 ਮਾਤਰਾਵਾਂ ਦੀ ਗੱਲ ਕਰ ਰਿਹਾ ਮੈਂ, 16-14 ਵਾਲਾ
मतलब 30 ਮਾਤਰਾਵਾਂ। ਹਾਲਾਂਕਿ ਕਿਹਾ ਜਾਂਦਾ ਵੀ ਦੋਹੜੇ ਆ ਜਿਹੜੇ ਇਹ 62 ਛੰਦ ਦੇ ਵਿੱਚ ਲਿਖੇ ਜਾਂਦੇ ਆ, ਪਰ ਆਧੁਨਿਕ ਕਾਲ ਦੇ ਵਿੱਚ ਕੀ ਆ 62 ਛੰਦ ਆ ਜਿਹੜਾ ਉਹ 40 ਮਾਤਰਾਵਾਂ ਵਾਲਾ ਹੈ, ਪਰ ਦੋਹੜੇ ਦੇ ਵਿੱਚ 30 ਮਾਤਰਾਵਾਂ ਹੈ। ਇਸ ਕਰਕੇ ਦੋਹੜੇ ਆ ਜਿਹੜੇ ਉਹਦਾ ਇੱਕ ਛੰਦ ਹੈ ਜਿਹੜਾ ਉਹਦਾ ਨਾਮ ਹੈ ਜਿਹੜਾ ਉਹ ਦੋਹੜਾ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਸਭ ਤੋਂ ਪਹਿਲਾਂ ਲਿਖਣ ਦੀ ਪਹਿਲ ਕੀਤੀ ਹੈ, ਬਿਲਕੁਲ ਦੋਹੜੇ ਤੇ ਸ਼ੀਰਫੀਆਂ ਇਹਨੇ ਸਭ ਤੋਂ ਪਹਿਲਾਂ ਲਿਖੀਆਂ, ਬਿਲਕੁਲ ਸਹੀ ਹੈ। ਬਾਬਾ ਫਰੀਦ ਸ਼ਬਦ ਅਤੇ ਸ਼ਲੋਕ ਕਾਵਿ ਰੂਪਾਂ ਦੀ ਵਰਤੋਂ ਕਰਦਾ ਹੈ ਤੇ ਸ਼ਾਹ ਹੁਸੈਨ ਕਾਫੀ ਕਾਵਿ ਰੂਪ ਦੀ ਵਰਤੋਂ ਕਰਦਾ ਹੈ। ਉਸ ਤੋਂ ਬਾਅਦ ਆਪਾਂ ਅਗਲਾ ਕੌਣ ਪੜ੍ਹਦੇ ਹਾਂ? ਉਸ ਤੋਂ ਬਾਅਦ ਆਪਾਂ ਅੱਗੇ ਸੁਲਤਾਨ ਬਾਹੂ ਨੂੰ ਹੀ ਪੜ੍ਹਦੇ ਹਾਂ ਜਿਹਨੇ ਦੋਹੜੇ ਅਤੇ ਸ਼ੀਰਫੀ ਦੀ ਵਰਤੋਂ ਕੀਤੀ। ਹੁਣ ਸ਼ੀਰਫੀ, ਸ਼ੀ ਦਾ ਮਤਲਬ 30, ਹਰਫ ਦਾ ਮਤਲਬ ਅੱਖਰ। ਫਾਰਸੀ ਵਰਣਮਾਲਾ ਦੇ 30 ਅੱਖਰਾਂ ਨੂੰ ਅਲਫ, ਬੇ, ਪੇ, ਤੇ, ਟੇ, ਸੇ, ਜ਼ੀਮ, ਚੇ, ਹੇ, ਖੇ, ਦਾਲ, ਡਾਲ ਕੁਝ ਕੁ ਯਾਦ ਹੈ ਮੈਨੂੰ। ਅਰਬੀ ਫਾਰਸੀ ਦੇ ਜਿਹੜੇ ਅੱਖਰ ਹੈ, ਹਰਫ, ਉਹਨਾਂ ਨੂੰ ਆਧਾਰ ਬਣਾ ਕੇ ਲਿਖੀ ਹੋਈ ਕਵਿਤਾ ਉਹਨੂੰ ਕਿਹਾ ਜਾਂਦਾ ਸ਼ੀਰਫੀ। ਇਹ ਜਿਹੜਾ ਕਿਸੇ ਅੱਖਰ ਨੂੰ ਆਧਾਰ ਬਣਾ ਕੇ ਕਿਸੇ ਵਰਣਮਾਲਾ ਦੇ ਨੂੰ, ਇਹ ਤੁਸੀਂ ਬਹੁਤ ਥਾਂ 'ਤੇ ਦੇਖ ਸਕਦੇ ਹੋ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਆਸਾ ਰਾਗ ਦੇ ਵਿੱਚ ਪੱਟੀ ਦੀ ਰਚਨਾ ਕੀਤੀ, ਉਹ ਗੁਰਮੁਖੀ ਵਰਣਮਾਲਾ ਦੇ 35 ਅੱਖਰਾਂ ਨੂੰ ਆਧਾਰ ਬਣਾ ਕੇ ਕੀਤੀ ਹੈ। ਗੁਰੂ ਅਰਜਨ ਦੇਵ ਜੀ ਨੇ 52 ਅੱਖਰੀ ਗੌੜੀ ਰਾਗ ਦੇ ਵਿੱਚ ਰਚਨਾ ਕੀਤੀ, ਉਹ ਜਿਹੜੇ ਦੇਵਨਾਗਰੀ ਦੇ 52 ਅੱਖਰ ਆ ਉਹਨਾਂ ਨੂੰ ਆਧਾਰ ਬਣਾ ਕੇ ਕੀਤੀ ਹੈ। ਇੱਕ ਹੋਰ ਆਉਂਦੀ ਹੈ ਰਚਨਾ ਜਿਹੜੀ ਭਗਤ ਕਬੀਰ ਨੇ 52 ਅੱਖਰੀ ਲਿਖੀ ਆ, ਉਹ ਵੀ ਗੌੜੀ ਰਾਗ ਦੇ ਵਿੱਚ ਹੈ ਅਤੇ ਉਹਦੇ ਵਿੱਚ ਵੀ ਇਹ ਜਿਹੜੇ 52 ਅੱਖਰ ਆ ਜਿਹੜੇ ਆਪਣੇ ਸਾਡੀ ਜਿਹੜੀ ਹੈਗੀ ਆ ਹਿੰਦੀ ਦੀ ਜਿਹੜੀ ਲਿਪੀ ਆ ਦੇਵਨਾਗਰੀ, ਅਤੇ ਉਹਦੇ ਜਿਹੜੇ ਅੱਖਰ ਆ ਉਹਨਾਂ ਨੂੰ ਆਧਾਰ ਬਣਾ ਕੇ ਰਚੀ ਆ। ਉਵੇਂ ਹੀ ਅਰਬੀ ਫਾਰਸੀ ਦੇ ਜਿਹੜੇ 30 ਅੱਖਰ ਆ ਉਹਨਾਂ ਨੂੰ, ਹਾਲਾਂਕਿ ਐਕਚੁਅਲੀ ਦੇ ਵਿੱਚ 28 ਅੱਖਰ ਆ, ਪਰ ਇਹਨੂੰ ਸ਼ੀਰਫੀ ਕਿਹਾ ਜਾਂਦਾ। ਅਸਲ ਦੇ ਵਿੱਚ 2 ਅੱਖਰ ਹੋਰ ਵਧਾ ਲਏ ਗਏ ਆ ਅਤੇ ਉਹਦੇ ਅਨੁਸਾਰ ਇਸ ਨੂੰ 30, ਸੀ ਦਾ ਮਤਲਬ 30 ਅਤੇ ਉਸ ਤੋਂ ਬਾਅਦ ਜਿਹੜਾ ਹਰਫ, ਹਰਫ ਦਾ ਮਤਲਬ ਅੱਖਰ। ਅਰਬੀ ਫਾਰਸੀ ਦੇ 30 ਅੱਖਰਾਂ ਨੂੰ ਆਧਾਰ ਬਣਾ ਕੇ ਰਚੀ ਹੋਈ ਕਵਿਤਾ ਉਹਨੂੰ ਕਿਹਾ ਜਾਂਦਾ ਹੈ ਜੀ, ਰਚਿਆ ਹੋਇਆ ਕਾਵ ਉਹਨੂੰ ਕਿਹਾ ਜਾਂਦਾ ਜੀ ਸ਼ੀਰਫੀ। ਸ਼ੀਰਫੀ ਉਹ ਜਿਵੇਂ ਸਤਿੰਦਰ ਸਰਤਾਜ ਕਹਿੰਦਾ ਨਾ, ਜ਼ੋਏ ਜ਼ਾਲਮਾ ਵੇ ਤੂੰ ਨਾ ਸਾਰ ਲੈਂਦਾ, ਅਤੇ ਉਹ ਇੱਕ ਸ਼ੀਰਫੀ ਹੈ, ਜ਼ੋਏ ਅੱਖਰ ਤੋਂ ਸ਼ੁਰੂ ਹੁੰਦੀ ਹੈ ਜਿਹੜੀ, ਜ਼ੋਏ ਜ਼ਾਲਮਾ ਵੇ ਤੂੰ ਨਾ ਸਾਰ ਲੈਂਦਾ, ਹੈ ਨਾ। ਇਹ ਜ਼ੋਏ ਹਰਫ ਹੈ ਜਿਹੜਾ ਇਹ ਅਰਬੀ ਫਾਰਸੀ ਦਾ, ਉਹਦੇ ਤੋਂ ਇਹ ਸ਼ੁਰੂ ਹੁੰਦਾ ਹੈ। ਉਹ ਜਿਹੜਾ ਗੀਤ ਸਤਿੰਦਰ ਸਰਤਾਜ ਨੇ ਗਾਇਆ ਬਸ ਉਹਨਾਂ ਉਵੇਂ ਹੀ ਅੱਖਰਾਂ ਤੋਂ ਸ਼ੁਰੂ ਹੋਊਗਾ। ਹਾਂਜੀ, ਸ਼ੀਰਫੀ ਅਰਬੀ ਫਾਰਸੀ ਵਰਣਮਾਲਾ ਦੇ 30 ਅੱਖਰਾਂ ਉੱਪਰ ਆਧਾਰਿਤ 1914 ਵਿੱਚ ਲਾਹੌਰ ਵਿੱਚ ਪ੍ਰਕਾਸ਼ਿਤ ਇੱਕ ਪੁਸਤਕ ਸੀ ਜੀ, 5 ਮੰਝ। ਉਹਦੇ ਵਿੱਚ ਸੁਲਤਾਨ ਬਾਹੂ ਦੀਆਂ 5 ਸ਼ੀਰਫੀਆਂ ਮਿਲਦੀਆਂ। ਪੁਸਤਕ ਦਾ ਨਾਮ ਵੀ 5 ਮੰਝ ਅਤੇ ਸ਼ੀਰਫੀਆਂ ਵੀ 5 ਹੀ ਮਿਲਦੀਆਂ। ਇਸ ਵਿੱਚ 4-4 ਤੁਕਾਂ ਦੇ 115 ਬੰਦ ਦਰਜ ਕੀਤੇ ਗਏ ਆ ਜੀ। ਦੋਹੜਿਆਂ ਨੂੰ ਸਭ ਤੋਂ ਪਹਿਲਾਂ ਮੀਆਂ ਫਜ਼ਲਦੀਨ ਲਾਹੌਰੀ ਨੇ ਆਬਿਆਤੇ ਸੁਲਤਾਨ ਬਾਹੂ ਪੰਜਾਬੀ ਨਾਮ ਹੇਠ ਪ੍ਰਕਾਸ਼ਿਤ ਕੀਤਾ ਸੀ ਜੀ। ਸੁਲਤਾਨ ਬਾਹੂ ਦੇ ਦੋਹੜਿਆਂ ਨੂੰ ਪ੍ਰਕਾਸ਼ਿਤ ਕੀਤਾ ਸੀ। ਆਹ ਗੱਲ ਦਾ ਬੇਟਾ ਜੀ ਤੁਸੀਂ ਰੱਖਿਓ ਧਿਆਨ, ਸੁਲਤਾਨ ਬਾਹੂ ਦੇ ਦੋਹੜਿਆਂ ਨੂੰ ਪ੍ਰਕਾਸ਼ਿਤ ਕੀਤਾ ਸੀ। ਸੁਲਤਾਨ ਬਾਹੂ ਦੇ ਦੋਹੜਿਆਂ ਨੂੰ ਮੀਆਂ ਫਜ਼ਲਦੀਨ ਲਾਹੌਰੀ ਨੇ ਆਬਿਆਤੇ ਸੁਲਤਾਨ ਬਾਹੂ, ਆਬਿਆਤੇ ਸੁਲਤਾਨ ਬਾਹੂ ਦੇ ਨਾਮ ਹੇਠ ਪ੍ਰਕਾਸ਼ਿਤ ਕੀਤਾ। ਦੋਹੜਿਆਂ ਦਾ ਛੰਦ ਹੈ ਜਿਹੜਾ ਉਹਦਾ ਨਾਮ ਹੈਗਾ ਤਾਟੰਕ ਛੰਦ, ਜਿਹਨੂੰ 16+14 ਮਾਤਰਾਵਾਂ ਵਾਲਾ ਕਹਿੰਦੇ ਆ। ਪਹਿਲਾ ਵਿਸ਼ਰਾਮ 16 ਅਤੇ ਦੂਸਰਾ 14 ਅਤੇ ਉਹਨੂੰ ਕਿਹਾ ਜਾਂਦਾ ਹੈ ਜੀ ਤਾਟੰਕ ਛੰਦ। ਤਾਟੰਕ, ਹਾਂਜੀ, ਦਵਈਏ ਦੇ ਮਗਰ ਜਿਹੜੀਆਂ 2 ਮਾਤਰਾਵਾਂ ਜੇ ਵਧਾ ਦਈਏ ਤਾਂ ਤਾਟੰਕ ਛੰਦ ਬਣਦਾ ਹੈ। ਹੁਣ ਦੇਖੋ ਜੀ ਦਵਈਏ ਦੀਆਂ ਮਾਤਰਾਵਾਂ ਹੈਗੀਆਂ ਜੀ 16-12। ਦਵਈਆ ਛੰਦ ਸਭ ਤੋਂ ਪਹਿਲਾਂ ਵਰਤਣ ਵਾਲਾ ਕਿੱਸਾਕਾਰ ਆ ਜਿਹੜਾ ਉਹ ਦਮੋਦਰ ਹੈ, 16-12 ਮਾਤਰਾਵਾਂ। ਅਤੇ ਪਰ ਹੁਣ ਦੇਖੋ ਜੀ ਦਵਈਏ ਦੇ ਮਗਰ 2 ਮਾਤਰਾਵਾਂ 12 ਅਤੇ 2 14। ਜੇ ਇਹਨੂੰ 16-14 ਮਾਤਰਾਵਾਂ ਵਾਲ ਕਰਤਾ ਅਤੇ ਇਹ ਬਣ ਜੂ ਜੀ ਸਾਡਾ ਤਾਟੰਕ ਛੰਦ। ਸੋ ਇਹ ਜਿਹੜਾ ਦੋਹੜਾ ਕਾਵਿ ਰੂਪ ਹੈ ਇਸ ਨੂੰ ਤਾਟੰਕ ਛੰਦ ਵਿੱਚ ਲਿਖਿਆ ਗਿਆ ਹੈ। ਹਾਂਜੀ, ਇਸ ਦੀ ਹਰ ਤੁਕ ਵਿੱਚ 16+14 ਅਤੇ ਵਿਸ਼ਰਾਮ ਹੈ ਜੀ। 4 ਚਰਨ ਹੁੰਦੇ ਆ ਜੀ। ਉਸ ਤੋਂ ਬਾਅਦ ਦੇਖੋ ਜੀ ਇਸ ਛੰਦ ਦਾ ਪ੍ਰਯੋਗ ਹਾਸ਼ਮ ਸ਼ਾਹ ਨੇ ਵੀ ਕੀਤਾ ਹੈ। ਤਾਟੰਕ ਛੰਦ ਜਦੋਂ ਹਾਸ਼ਮ ਸ਼ਾਹ ਆਪਾਂ ਪੜ੍ਹਾਂਗੇ, ਜਿਹੜਾ ਹਾਸ਼ਮ ਸ਼ਾਹ ਪ੍ਰਸਿੱਧ ਕਿੱਸਾ ਕਵੀ ਵੀ ਹੈ, ਸੂਫੀ ਕਵੀ ਵੀ ਹੈ, ਉਹਦੇ ਬਾਰੇ ਜਦੋਂ ਆਪਾਂ ਪੜ੍ਹਾਂਗੇ ਅਤੇ ਉਦੋਂ ਆਪਾਂ ਤਾਟੰਕ ਛੰਦ ਉਦੋਂ ਵੀ ਆਏਗਾ ਸਾਡੇ ਸਾਹਮਣੇ। ਸੁਲਤਾਨ ਬਾਹੂ ਕੀ ਕਰਦਾ ਹੈ, ਆਪਣੀਆਂ ਸ਼ੀਰਫੀਆਂ ਦੇ ਵਿੱਚ ਇੱਕ ਹੂ ਜਿਹੜਾ ਸ਼ਬਦ ਹੈ ਉਹਨੂੰ ਲਿਖ ਕੇ ਅਖੀਰ ਦੇ ਵਿੱਚ ਇੱਕ ਸੰਗੀਤਕ ਲੈਅ ਪੈਦਾ ਕਰਦਾ ਹੈ। ਉਵੇਂ ਹੀ ਜਿਵੇਂ ਬਾਬਾ ਫਰੀਦ ਆਪਣੇ ਨਾਮ ਦੇ ਆਪਣੀ ਰਚਨਾਵਾਂ ਦੇ ਵਿੱਚ ਫਰੀਦ ਜਾਂ ਫਰੀਦਾ ਜਾਂ ਫਰੀਦਾ, ਸ਼ੇਖ ਫਰੀਦਾ ਖੈਰ ਦੀ ਜੈ ਬੰਦਗੀ, ਇਸ ਤਰ੍ਹਾਂ ਕਰਕੇ ਵਰਤਦਾ। ਆਪਾਂ ਸ਼ਾਹ ਹੁਸੈਨ ਦੀ ਗੱਲ ਕੀਤੀ ਸੀ ਵੀ ਸ਼ਾਹ ਹੁਸੈਨ ਜਿਹੜਾ ਕਹਿ ਹੁਸੈਨ ਫਕੀਰ ਨਿਮਾਣਾ, ਕਹਿ ਹੁਸੈਨ ਫਕੀਰ ਸਾਈਂ ਦਾ, ਇਸ ਤਰ੍ਹਾਂ ਕਰਕੇ ਸ਼ਬਦਾਵਲੀ ਵਰਤਦਾ।
तो उवें ही जिहड़ा सुल्तान बाहू है वो एक मतलब की है भी वो संगीतक लय नूं पैदा करने वास्ते हू शब्द की वरतों करता है। बाहू ने अपने कलाम विच सूफी मत के नैतिक अते सदाचारक पक्षां उपर सब तो वध जोर दिता है। नैतिकता अते सदाचारक मतलब मन की जिहड़ा अंतःकरण जिन्हों आपां कहते हैं उहदे ते सब तो ज़्यादा जोर दिता है। काजियां ते मुलाणियां दे मजहबी दिखावियां पखंडां कर्मकांडां ते शराह धर्म के जात बंधनां तो मुक्त हो के मनुख नूं रब विच अभेद होण लई प्रेरदा है। सो ये गल हाँ जी। अगे देखो मुरशद प्रति भी सचेत है। रचना की बोली उत्ते लहिंदी भाषा का प्रतख प्रभाव दिखाई देता है। बहुत सारी शब्दावली अरबी फारसी की वरती गई है तो जड़ी की हुई रचना है उसदे उपर लहिंदी का प्रतख प्रभाव है जी। देखो जे रब मिलदा जंगल भविया मिलदा गऊआं वछियां हू, जे रब मिलदा वाल वधाया मिलदा भेडां सस्सियां हू, जे रब मिलदा तीर्थ नातियां मिलदा डड्डूआं मच्छियां हू, बाहू रब उन्हां नूं मिलदा नीतां जिन्हां दियां हच्छियां हू। नीत तो मतलब नैतिकता ते सदाचारक पक्ष उपर जोर देण वास्ते सुल्तान बाहू ने ये जड़ा वेख लो तुसीं ये जड़ी लिखी हुई है एक दोहड़ा वो तुहाडे सामने मैं रखिया। हाँ जी अगे देखो जी। ना मैं हिंदू ना मैं मुसलम ना मैं मुल्ला काजी हूँ, ना दिल दोजख मंगे मेरा ना शौक बहशती राजी हूँ। दोजख का मतलब होंदा नरक ते बहशत का मतलब होंदा स्वर्ग। बाज वसाल रब दे बाहू होर झूठी सब बाजी हूँ, अल्फ अल्लाह चंबे दी बूटी मुर्शद मेरे मन लाई। सब तो प्रसिद्ध आरिफ लुहार ने गाया ना है। आरिफ लुहार जिहड़ा प्रसिद्ध सिंगर है जिहड़ा उन्हें गाया है अल्फ अल्लाह चंबे दी बूटी मुर्शद मेरे मन लाई हूँ, नफ़ी इस बात दा पानी मिलिया हर रंगे हर जाई हूँ। ये आपां चैप्टर अलग तो पढ़ांगे। फिलहाल की है भी मैं सिर्फ मैं क्या सुल्तान बाहू बारे आपां जड़ियां मूल गल्लां करनियां वो आपां बुक दे विचों ही करनियां। हुण देखो जी डॉक्टर मोहन सिंह दीवाना ने एक गल दसी है अपनी पुस्तक डॉक्टर मोहन सिंह दीवाना की सूफियां दा कलाम। ਉਹਦੇ ਵਿੱਚ डॉक्टर मोहन सिंह दीवाना ने जिक्र किया भी सुल्तान बाहू ने एक महंगे काव्य रूप की रचना की है। महंगे काव्य रूप की महंगा एक काव्य रूप की रचना की है जी बस डॉक्टर मोहन सिंह दीवाना ने ते नाल वो काव्य रूप लिखिया भी है। मोहन सिंह दीवाना ने किवें लिखिया, ओ दाढ़ी है पुरमून तवीजा वालड़िए है गोल अजीबा हूँ तवीजा वालड़िए, देंदा ऐब मुरीदा तो तवीजा वालड़िए जिवें नबी साहिब दी खो तवीजा वालड़िए। सो ये है जिहड़ा महंगा काव्य रूप की वरतों की गल चेते रखनी है बेटा जी। तुसीं आपां करदे आ हुण साडी जिहड़ी इंपोर्टेंट गल है वो हैगी है जी। हाँ जी बेटा जी आ जाओ अपने सुल्तान बाहू ते शाह हुसैन तो आपां पढ़ लिया सी बेटा जी। इहदी PDF तुहानूं अवेलेबल हो जाएगी, कोई दिक्कत नहीं है जी। हाँ जी सुल्तान बाहू के बारे मूल गल्लां तुसीं कर गए। हुण जे किसी लेखक ने किसी आलोचक ने कोई टिप्पणी की है उहदे बारे आपां गल करदे हैं। सूफियां दा कलाम डॉक्टर मोहन सिंह दीवाना ने पुस्तक लिखी है बेटा जी। तो मौला बख्श कुश्ता का भी नाम आऊगा। मौला बख्श कुश्ता ने एक पुस्तक लिखी है पंजाब दे हीरे। उहदे विच मौला बख्श कुश्ता कहंदा भी सुल्तान बाहू का जिहड़ा जीवन है वो 1629-1630 ईस्वी तो 1690-1691 इस तरह लिखा होया जिवें लिखा मैं उवें लिखता। सो ये भी क्योंकि अजकल एवें दे प्रश्न पूछण दा रिवाज है प्रचलन है। जीत सिंह शीतल ने पंजाबी साहित्य का आलोचनात्मक इतिहास पुस्तक लिखी है। जीत सिंह शीतल प्रसिद्ध नावलिस्ट तो ਉਹਦੇ ਵਿੱਚ ਉਹਨੇ ਕਿਹਾ जी 1631 तो 1691 आ ਜਿਹੜਾ ਤੁਸੀਂ पढ़ते हैं 1631 तो 1691 वाला ਉਹ जीत सिंह शीतल ने दसिया ਉਹੀ फुल एंड फाइनल कर दिता गया। जीवन ते रचना संबंधी जो कोई जानकारी का स्रोत तुसीं कहो भी सानू मिले तो ਉਹਦੇ वास्ते ਤੁਹਾਨੂੰ 2 किताबां नाम बड़े सौखे हैं इन्हां दे। तवारीख सुल्तान बाहू फारसी च लिखी हुई है, सुल्तान बख्श कादरी ने लिखी है, तो तवारीख मखज़न पंजाब ये उर्दू दे विच एक पुस्तक लिखी हुई है गुलाम सरवर ने। तो मनाकिब सुल्तानी ये उर्दू चो फारसी विच है, ये सुल्तान हमीद ने। यह तो कोई रिश्तेदारी सीगा सुल्तान बाहू का सुल्तान हमीद।
ਤੇ ਉਹਨੇ ਵੀ ਇੱਕ ਪੁਸਤਕ ਲਿਖੀ ਹੈ। ਇਹਦੇ ਵਿੱਚੋਂ ਆ 3 ਪੁਸਤਕਾਂ ਦੇ ਵਿੱਚੋਂ ਸੁਲਤਾਨ ਬਾਹੂ ਦੇ ਜੀਵਨ ਸੰਬੰਧੀ ਵੇਰਵੇ ਮਿਲਦੇ ਨੇ ਵੀ ਉਹਦਾ ਜੀਵਨ ਕਿਹੋ ਜਿਹਾ ਸੀ। ਇਹ ਸਾਰੀਆਂ ਗੱਲਾਂ ਇੱਥੋਂ। ਜਨਮ ਪਪਾੜੀ ਲਿਆ ਪਿੰਡ ਅਵਾਨ, ਤਹਿਸੀਲ ਸ਼ੇਰਕੋਟ, ਜ਼ਿਲ੍ਹਾ ਝੰਗ। ਪਿਤਾ ਬਾਜੀਦ ਮੁਹੰਮਦ, ਮਾਤਾ ਦਾ ਨਾਮ ਹੈਗਾ ਜੀ ਰਾਤਸੀ ਕੁਦਸਰਾ, ਪੂਰਾ ਪੱਕਾ ਨਾਮ ਹੈ ਜਿਹੜਾ। ਸਭ ਤੋਂ ਪਹਿਲਾਂ ਤਾਂ ਜੀ ਇਹਨੇ ਬਗਦਾਦ ਦਾ ਇੱਕ ਹਜ਼ਰਤ ਹਬੀਬੁੱਲਾ ਕਾਦਰੀ ਨੂੰ ਆਪਣਾ ਮੁਰਸ਼ਦ ਧਾਰਨ ਕੀਤਾ ਸੀ। ਸਭ ਤੋਂ ਪਹਿਲਾ ਗੁਰੂ ਸੀ ਜਿਹੜਾ ਇਹਦਾ, ਸਭ ਤੋਂ ਪਹਿਲਾ ਮੁਰਸ਼ਦ ਸੀ ਉਹ ਸੀਗਾ ਜੀ ਹਜ਼ਰਤ ਹਬੀਬੁੱਲਾ ਕਾਦਰੀ। ਬਗਦਾਦ ਦੇ ਵਿੱਚ ਉਹਨੂੰ ਧਾਰਨ ਕਰ ਲਿਆ। ਰੂਹਾਨੀ ਮਾਰਗ ਲਈ ਫਿਰ ਦਿੱਲੀ ਦੇ ਵਿੱਚ ਸੈਯਦ ਅਬਦੁਲ ਰਹਿਮਾਨ ਨੂੰ ਆਪਣਾ ਮੁਰਸ਼ਦ ਬਣਾਇਆ। ਇਹ ਗੱਲ ਆਪਾਂ ਆਪਣੀ 11ਵੀਂ ਵਾਲੀ ਬੁੱਕ ਦੇ ਵਿੱਚ ਪੜ੍ਹ ਚੁੱਕੇ ਹਾਂ। ਤੇ ਹੁਣ ਕਾਦਰੀ ਸੰਪਰਦਾ ਦੇ ਨਾਲ ਸੰਬੰਧਿਤ ਹੈ ਜੀ ਸੰਸਥਾਪਕ ਜਿਹੜਾ ਸੀ ਅਬਦੁਲ ਕਾਦਰ ਜਿਲਾਨੀ ਦਾ ਨਾਮ ਆਪਣੀ ਰਚਨਾ ਦੇ ਵਿੱਚ ਇਹ ਲੈਂਦਾ। ਤੇ ਇਸ ਗੱਲ ਤੋਂ ਪਤਾ ਲੱਗਦਾ ਵੀ ਇਹ ਅਬਦੁਲ ਕਾਦਰ ਜਿਲਾਨੀ ਦਾ ਪੱਕਾ ਮੁਰੀਦ ਸੀ, ਚੇਲਾ ਸੀ। ਅਬਦੁਲ ਕਾਦਰ ਜਿਲਾਨੀ ਜਿਸ ਨੇ ਕਾਦਰੀ ਸੰਪਰਦਾ ਦੀ ਸਥਾਪਨਾ ਕੀਤੀ ਤੇ ਇਹਨੂੰ ਕਾਦਰੀ ਸਰਵਰੀ ਫਿਰਕੇ ਨਾਲ ਜੋੜਿਆ ਜਾਂਦਾ ਹੈ। ਅਰਬੀ ਫਾਰਸੀ ਦਾ ਵਿਦਵਾਨ ਹੈ ਜੀ। ਡਾਕਟਰ ਲਾਜਵੰਤੀ ਦੀ ਗੱਲ ਮੈਂ ਤੁਹਾਨੂੰ ਦੱਸਿਆ ਸੀ ਵੀ ਚੇਤੇ ਰੱਖਣੀ ਹੈ। ਡਾਕਟਰ ਲਾਜਵੰਤੀ ਰਾਮਾ ਕ੍ਰਿਸ਼ਨ ਕਹਿੰਦੀ ਪੰਜਾਬੀ ਸੂਫੀ ਪੋਇਟਸ ਬੁੱਕ ਦਾ ਨਾਮ ਹੈ ਜਿਹੜਾ। ਗੁਲਾਮ ਸਰਵਰ ਦੀ ਪੁਸਤਕ ਜਿਹੜੀ ਤਵਾਰੀਖ ਸੁਲਤਾਨ ਬਾਹੂ, ਗੁਲਾਮ ਸਰਵਰ ਨੇ ਇੱਕ ਪੁਸਤਕ ਲਿਖੀ ਹੈ ਤਵਾਰੀਖ ਸੁਲਤਾਨ ਬਾਹੂ। ਉਹਦੇ ਅਨੁਸਾਰ 140 ਪੁਸਤਕਾਂ ਦੀ ਰਚਨਾ ਕੀਤੀ ਹੈ। ਬਾਹੂ ਦੀ ਪੰਜਾਬੀ ਰਚਨਾ ਸੰਬੰਧੀ ਇਸ ਤੋਂ ਵੱਧ ਕੁਝ ਨਹੀਂ ਲਿਖਿਆ ਮਿਲਦਾ ਕਿ ਉਸ ਨੇ ਪੰਜਾਬੀ ਵਿੱਚ ਵੀ ਕਵਿਤਾ ਲਿਖੀ ਹੈ। ਪੰਜਾਬੀ ਵਿੱਚ ਪ੍ਰਾਪਤ ਹੋਣ ਵਾਲੀ ਰਚਨਾ ਦੇ ਆਧਾਰ ਤੇ ਬਾਹੂ ਸੂਫੀਆਂ ਦੇ ਚਿੰਤਨਵਾਦੀ ਸਕੂਲ ਦੇ ਨਾਲ ਸੰਬੰਧਿਤ ਹੈ। ਇਹ ਕਹਿੰਦੀ ਜੀ ਸੂਫੀਆਂ ਦਾ ਜਿਹੜਾ ਚਿੰਤਨਵਾਦੀ ਸਕੂਲ ਹੈ ਬਾਹੂ ਉਸ ਸਕੂਲ ਦੇ ਨਾਲ ਸੰਬੰਧਿਤ ਹੈ। ਅਗਰ ਇਸ ਤਰ੍ਹਾਂ ਦਾ ਪੁੱਛ ਲਵੇ ਕਿ ਬਾਹੂ ਨੂੰ ਚਿੰਤਨਵਾਦੀ ਸਕੂਲ ਦੇ ਨਾਲ ਸੰਬੰਧਿਤ ਕਿਹਨੇ ਕੀਤਾ ਤਾਂ ਉਹ ਹੈਗੀ ਹੈ ਜੀ ਡਾਕਟਰ ਲਾਜਵੰਤੀ ਨੇ। 140 ਪੁਸਤਕਾਂ ਦੀ ਅਗਰ ਆਹ ਹੀ ਗੱਲਾਂ ਕਿ ਬਾਹੂ ਦੀ ਪੰਜਾਬੀ ਰਚਨਾ ਸੰਬੰਧੀ ਇਸ ਤੋਂ ਵੱਧ ਕੁਝ ਨਹੀਂ ਲਿਖਿਆ ਮਿਲਦਾ ਕਿ ਉਸਨੇ ਉਸ ਤੋਂ ਵੱਧ ਕੁਝ ਨਹੀਂ ਲਿਖੂਗੀ ਕਹਿੰਦੀ ਮੈਂ ਵੀ ਉਹਨੇ ਬਸ ਪੰਜਾਬੀ 'ਚ ਰਚਨਾ ਕੀਤੀ ਆ, ਬਸ ਇੰਨਾ ਹੀ। ਇੰਨੀ ਗੱਲ ਅਗਰ ਕੋਈ ਪੁੱਛ ਲੇ ਤਾਂ ਉਹਦਾ ਕੌਣ ਹੋਊਗਾ, ਉੱਤਰ ਕੀ ਹੋਊਗਾ? ਡਾਕਟਰ ਲਾਜਵੰਤੀ ਹੋਊਗਾ ਬੇਟਾ ਜੀ। ਬਾਹੂ ਨਾਲ ਸੰਬੰਧਿਤ 50 ਗਜ਼ਲਾਂ ਦੀ ਇੱਕ ਪੁਸਤਕ ਮਿਲਦੀ ਹੈ ਦੀਵਾਨ-ਏ ਬਾਹੂ। ਦੀਵਾਨ ਦਾ ਸ਼ਾਬਦਿਕ ਅਰਥ ਹੁੰਦਾ ਗਜ਼ਲਾਂ ਦਾ ਸੰਗ੍ਰਹਿ। ਦੀਵਾਨ ਗਜ਼ਲਾਂ ਦਾ ਸੰਗ੍ਰਹਿ ਨਾਮ ਦੀ ਪੁਸਤਕ ਪੰਜਾਬੀ ਅਨੁਵਾਦ ਜਿਹੜਾ ਉਸ ਪੁਸਤਕ ਦਾ 50 ਗਜ਼ਲਾਂ ਦੀ ਇੱਕ ਪੁਸਤਕ ਸੀ ਦੀਵਾਨ-ਏ ਬਾਹੂ। ਉਹਦਾ ਜੀ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ ਮੌਲਵੀ ਮੁਹੰਮਦ ਸ਼ਾਹ ਉਲ-ਦੀਨ ਕਾਦਰੀ ਸਰਵਰੀ ਨੇ ਕੀਤਾ ਹੈ ਤੇ ਉਹ 1914 ਦੇ ਵਿੱਚ ਛਪੀ ਸੀ। ਬਸ ਇੰਨਾ ਧਿਆਨ ਰੱਖਿਓ। ਆ ਛੋਟਾ ਜਿਹਾ ਨਾਮ ਜਿਹੜਾ ਲਿਖਿਆ ਹੈ ਰੱਖਿਓ ਧਿਆਨ ਦੇ ਵਿੱਚ, ਮੌਲਵੀ ਮੁਹੰਮਦ ਸ਼ਾਹ ਉਲ-ਦੀਨ ਕਾਦਰੀ ਸਰਵਰੀ। ਹਾਂਜੀ ਬੇਟਾ ਜੀ ਅੱਗੇ ਦੇਖੋ। ਸਭ ਤੋਂ ਪਹਿਲਾਂ ਮੀਆਂ ਫਜ਼ਲ-ਦੀਨ ਲਾਹੌਰੀ ਨੇ ਉਸ ਦੀ ਪੰਜਾਬੀ ਰਚਨਾ ਨੂੰ, ਸੁਲਤਾਨ ਬਾਹੂ ਦੀ ਪੰਜਾਬੀ ਰਚਨਾ ਨੂੰ ਪੂਰੀ ਇਕੱਠੀ ਕੀਤਾ। ਕਿਹਨੇ? ਮੀਆਂ ਫਜ਼ਲ-ਦੀਨ ਲਾਹੌਰੀ ਨੇ। 1925 ਦੇ ਵਿੱਚ ਆਬਿਆਤੇ ਸੁਲਤਾਨ ਬਾਹੂ ਪੰਜਾਬੀ ਦੇ ਨਾਮ ਹੇਠ ਇਸ ਨੂੰ ਛਪਵਾਇਆ ਜੀ। ਇਹ ਦੋੜੇ ਸ਼ੀਰਪੀ ਦੀ ਸ਼ਕਲ ਵਿੱਚ ਸੰਪਾਦਿਤ ਕੀਤੇ ਗਏ ਜੀ। ਰਚਨਾ ਦਾ ਮੁੱਖ ਸੁਰ ਹੈ ਜੀ ਰੱਬੀ ਇਸ਼ਕ। ਸੁਲਤਾਨ ਬਾਹੂ ਦੀ ਰਚਨਾ ਦਾ ਮੁੱਖ ਸੁਰ ਰੱਬੀ ਇਸ਼ਕ। ਬਾਬੇ ਫਰੀਦ ਦੀ ਰਚਨਾ ਦਾ ਮੁੱਖ ਸੁਰ ਮੌਤ। ਇਸ ਤਰ੍ਹਾਂ ਹੀ ਹੈ ਨਾ। ਹਾਂ ਉਵੇਂ ਥੋੜ੍ਹਾ ਜਿਹਾ ਧਿਆਨ ਰੱਖਿਆ ਕਰੋ ਮੁੱਖ ਸੁਰ ਕੀ ਹੈ। ਫਾਰਸੀ ਦੀਆਂ ਰਚਨਾਵਾਂ ਅੱਗੇ ਦੇਖੋ ਜੀ। ਰਚਨਾ ਦਾ ਮੁੱਖ ਸੁਰ ਹੈ ਜੀ ਰੱਬੀ ਇਸ਼ਕ ਜੋ ਤਰੀਕਤ ਤੇ ਮਾਰਗ ਦਾ ਸਰਬਸ਼੍ਰੇਸ਼ਟ ਆਧਾਰ ਹੈ। ਰੱਬ ਨਾਲ ਇਸ਼ਕ ਹੈ ਜਿਹੜਾ ਉਹ ਤਰੀਕਤ ਦੇ ਰਾਹ 'ਤੇ ਹੁੰਦਾ। ਇਹ ਜਿਹੜਾ ਤਰੀਕਤ ਇਹ ਦੂਜੀ ਅਵਸਥਾ ਹੈ। ਸ਼ਰੀਅਤ, ਤਰੀਕਤ, ਮਾਰਫਤ ਤੇ ਹਕੀਕਤ। ਰਚਨਾਵਾਂ ਵਧੇਰੇ ਕਰਕੇ ਮਾਰਫਤ ਦੇ ਵਿਚਾਰਾਂ ਦਾ ਪ੍ਰਗਟਾਵ ਕੀਤਾ ਜਿਹੜੀਆਂ ਫਾਰਸੀ ਦੀਆਂ ਰਚਨਾਵਾਂ 'ਚ ਹੈ। ਪਰ ਪੰਜਾਬੀ ਦੀਆਂ ਰਚਨਾਵਾਂ ਦੇ ਵਿੱਚ ਕੀ ਹੈ ਜੀ ਮੁੱਖ ਸੁਰ ਹੈ ਜਿਹੜੀ ਉਹ ਰੱਬੀ ਇਸ਼ਕ ਹੈ ਜੋ ਤਰੀਕਤ ਦੇ ਮਾਰਗ ਦਾ ਸਰਬਸ਼੍ਰੇਸ਼ਟ ਰਾਹ ਹੈ ਜੀ ਰੱਬੀ ਇਸ਼ਕ। ਪੰਜਾਬੀ ਵਿੱਚ ਬਾਹੂ ਦੀਆਂ ਕੋਈ ਗਿਣਤੀ ਦਿੱਤੀ ਨਹੀਂ ਹਾਲਾਂਕਿ ਵੈਸੇ, ਪਰ 186 ਸ਼ੀਰਫੀਆਂ ਜਿਹੜੇ ਸਾਡੇ ਕੋਈ ਆਲੋਚਕ ਹੋਏ ਆ ਵਿਦਵਾਨ ਹੋਏ ਆ ਉਹਨਾਂ ਨੇ ਬਾਹੂ ਦੀਆਂ ਜਿਹੜੀਆਂ ਸ਼ੀਰਫੀਆਂ ਇਕੱਠੀਆਂ ਕੀਤੀਆਂ ਉਹਨਾਂ ਦੀ ਗਿਣਤੀ ਹੈ ਜੀ 186। ਰੱਖਿਓ ਮਾੜਾ ਜਿਹਾ ਧਿਆਨ ਦੇ ਵਿੱਚ ਕੁਦਰਤੀ ਆ ਜੇ ਕਿਉਂਕਿ ਆਪਣੀ 11ਵੀਂ ਵਾਲੀ ਬੁੱਕ ਦੇ ਵਿੱਚ ਤਾਂ ਓਨਾ ਹੀ ਦੇ ਰੱਖਿਆ। ਨਾ ਤਾਂ ਸੁਲਤਾਨ ਬਾਹੂ ਸੰਬੰਧੀ ਕੋਈ ਕਵਿਤਾ ਵਾਲੇ ਚੈਪਟਰ ਤਾਂ ਕੋਈ ਨਹੀਂ ਗਾ ਉਹਦਾ ਕਿਤੇ ਵੀ ਤੁਸੀਂ ਪੜ੍ਹ ਲਓ। ਬਸ ਥੋੜ੍ਹਾ ਜਿਹਾ ਜਿਹੜਾ ਪੰਜਾਬੀ ਸਾਹਿਤ ਦਾ ਇਤਿਹਾਸ ਆ ਉਹਦੇ ਵਿੱਚ ਦੇ ਰੱਖੀ ਹੈ ਜਿਹੜੀ ਆਪਾਂ ਉਹ ਗੱਲ ਕਲੀਅਰ ਕਰ ਚੁੱਕੇ ਹਾਂ। ਅਤੇ ਪਰ ਹੁਣ ਇੱਥੇ ਕੀ ਹੈ ਦੇਖੋ ਜੀ 186 ਦੋੜੇ ਸ਼ੀਰਫੀ ਕਾਵਿ ਰੂਪ ਦੇ ਵਿੱਚ ਰਚਨਾ ਵਿੱਚ ਮੁੱਖ ਤੌਰ 'ਤੇ ਖੁਦਾ ਨਾਲ ਇਸ਼ਕ ਦਾ ਵਿਸ਼ਾ, ਉਹੀ ਗੱਲ ਆ ਗਈ ਨਾ ਰੱਬੀ ਇਸ਼ਕ ਜਾਂ ਖੁਦਾ ਨਾਲ ਇਸ਼ਕ, ਉਹਦਾ ਵਿਸ਼ਾ ਜਿਹੜਾ ਉਹ ਪ੍ਰਗਟਾਇਆ ਗਿਆ ਹੈ। ਡਾਕਟਰ ਜੀਤ ਸਿੰਘ ਸ਼ੀਤਲ ਕਹਿੰਦਾ
ਵੀ ਸ਼ੀਰਫੀ ਕਾਵ ਰੂਪ ਵਰਤਿਆ ਹੈ ਤੇ ਬੈਤ ਜਾਂ ਦੋਹੜਾ ਛੰਦ ਵਰਤਿਆ ਹੈ। ਇਹ ਗੱਲ ਥੋੜੀ ਜਿਹੀ ਧਿਆਨ ਰੱਖਿਓ। ਡਾਕਟਰ ਜੀਤ ਸਿੰਘ ਸ਼ੀਤਲ ਨੇ ਆਖੀ, ਹਾਲਾਂਕਿ ਇਹ ਗੱਲ ਸਹੀ ਨਹੀਂ ਹੈ। ਆਪਾਂ ਪਿੱਛੇ ਪੜ੍ਹ ਚੁੱਕੇ ਹਾਂ ਵੀ ਦੋਹੜਾ ਤੇ ਸ਼ੀਰਫੀ ਦੋਵੇਂ ਕਾਵ ਰੂਪ ਹਨ। ਦੋਹੜੇ ਲਿਖਣ ਵਾਸਤੇ ਇਹ ਸਾਰੀ ਰਚਨਾ ਵਾਸਤੇ ਇਸਨੇ ਤਾਟੰਕ ਛੰਦ ਦੀ ਵਰਤੋਂ ਕੀਤੀ ਹੈ। ਆਪਾਂ ਪੜ੍ਹ ਚੁੱਕੇ ਹਾਂ 16-14 ਵਾਲਾ। ਉਹ ਆਪਾਂ 11ਵੀਂ ਵਾਲੀ ਬੁੱਕ ਦੇ ਆਧਾਰ ਤੇ ਹੀ ਸਾਰੀ ਗੱਲ ਕਲੀਅਰ ਕਰਨੀ ਹੈ। ਬਸ ਜਿਹੜੀਆਂ ਟੂਕਾਂ ਜਿਹਨੇ ਕੁਛ ਵੀ ਦਿੱਤੀ ਆ, ਕੋਈ ਵਹਿਮ ਭਰਮ ਭੁਲੇਖੇ ਵਾਲੀ ਚੀਜ਼, ਉਹਦਾ ਮੈਂ ਨਾਮ ਅੱਗੇ ਲਿਖਤਾ ਵੀ ਇਹ ਗੱਲ ਡਾਕਟਰ ਜੀਤ ਸਿੰਘ ਸ਼ੀਤਲ ਨੇ ਆਖੀ ਆ। ਕਿਸੇ ਵਿਦਵਾਨ ਦੀ ਕਹੀ ਹੋਈ ਗੱਲ ਸਾਰੇ ਜਾਣੇ ਸਰਵਸੰਮਤੀ ਨਾਲ ਸਹਿਮਤ ਹੋਣ ਉਹਦੇ ਤੇ ਇਹ ਜ਼ਰੂਰੀ ਨਹੀਂਗਾ, ਜਿੰਨਾ ਚਿਰ ਭਾਸ਼ਾ ਵਿਭਾਗ ਆਪ ਸਹਿਮਤ ਨਹੀਂ ਹੁੰਦਾ। ਇਸ ਕਰਕੇ ਇਸ ਗੱਲ ਨਾਲ ਕੋਈ ਸਹਿਮਤੀ ਨਹੀਂ, ਕੋਈ ਦਿੱਕਤ ਨਹੀਂ, ਬਸ ਤੁਸੀਂ ਧਿਆਨ ਰੱਖਣਾ। ਪ੍ਰੋਫੈਸਰ ਮੋਹਨ ਸਿੰਘ ਸੁਲਤਾਨ ਬਾਹੂ ਲਿਖਦਾ ਜਿਹੜਾ, ਉਹਦੇ ਵਿੱਚ ਲਿਖਿਆ ਵੀ ਬਾਹੂ ਨੇ ਤਾਟੰਕ ਛੰਦ ਵਰਤਿਆ ਹੈ। ਕੋਈ ਦਿੱਕਤ ਨਹੀਂ, ਪਤਾ ਹੈ ਆਪਾਂ ਨੂੰ। ਹਾਂਜੀ, ਬਾਹੂ ਦੀ ਰਚਨਾ ਵਿੱਚ ਲੋਕ ਸਾਹਿਤ ਸੰਬੰਧੀ ਲੋਕ ਗੀਤਾਂ ਦੀ ਝਲਕ ਮਿਲਦੀ ਹੈ। ਦੇਖੋ ਜੀ, ਲੋਕ ਗੀਤਾਂ ਦੀ ਝਲਕ ਮਿਲਦੀ ਆ। ਦੋ ਤੁਸੀਂ ਪੜ੍ਹਦੇ ਆ ਬੜੇ, ਇਹ ਲੋਕ ਗੀਤਾਂ ਦੇ ਵਿੱਚ ਆਉਂਦੀਆਂ ਗੱਲਾਂ। ਇਹ ਐਂ ਲੱਗਦਾ ਵੀ ਲੋਕ ਗੀਤ ਚੱਲੀ ਜਾਂਦੇ ਆ। ਦੋ ਇਹੋ ਜਿਹੀਆਂ ਚੀਜ਼ਾਂ, ਮੰਨ ਲਓ ਐਵੇਂ ਆ ਜੇ ਆਹ ਲਿਖਿਆ ਤੇ ਆਪਾਂ ਨੂੰ ਤਾਂ ਐਂ ਹੀ ਲੱਗੂ ਵੀ ਆਹ ਦੋ ਹੀ ਆ ਜਿਹੜੀਆਂ ਚੀਜ਼ਾਂ, ਆਹ ਦੋ ਪੰਕਤੀਆਂ, ਤੇ ਇਹਨਾਂ ਦੇ ਵਿੱਚ ਹੀ ਐਂ ਲੱਗਦਾ ਵੀ ਇਹ ਖਨੀ ਬੁੱਲੇ ਸ਼ਾਹ ਨੇ ਰਚੀ ਹੋ ਸਕਦੀ ਹੈ। ਇਹ ਭੁਲੇਖਾ ਪੈ ਜਾਂਦਾ ਕਈ ਵਾਰੀ। ਦੇਖੋ, ਚੰਨ ਭਾਵੇਂ ਨਿੱਤ ਚੜ੍ਹਦਾ, ਸਾਨੂੰ ਸੱਜਣਾ ਬਾਝ ਹਨੇਰਾ। ਹੁਣ ਇਹ ਲੱਗਦਾ ਵੀ ਇਹ ਸੁਲਤਾਨ ਬਾਹੂ ਨੇ ਰਚਨਾ ਕੀਤੀ ਨਹੀਂ, ਕਿਉਂਕਿ ਸੁਲਤਾਨ ਬਾਹੂ ਬੌਧਿਕ ਰਹੱਸਵਾਦ ਦਾ ਕਵੀ ਹੈ, ਪਰ ਰਚਨਾ ਕਿਹਦੀ ਹੈ? ਸੁਲਤਾਨ ਬਾਹੂ ਦੀ। ਲੋਕ ਗੀਤਾਂ ਦੇ ਨੇੜੇ ਦੋ ਰਚਨਾਵਾਂ ਕੀਤੀਆਂ, ਦੋਵੇਂ ਮੈਂ ਲਿਖਤੀਆਂ, ਰੱਖਿਓ ਯਾਦ ਇਹਨਾਂ ਨੂੰ। ਪ੍ਰਸ਼ਨ ਅੱਜ ਕੱਲ੍ਹ ਐਵੇਂ ਦਾ ਹੀ ਆਉਂਦਾ, ਐਵੇਂ ਪਾ ਦੇਵੇ ਦਿਲ ਦਰਿਆ ਸਮੁੰਦਰੋਂ ਡੂੰਘਾ ਕੌਣ ਦਿਲਾਂ ਦੀਆਂ ਜਾਣੇ। ਆਹ ਦਿਲ ਦਰਿਆ ਤਾਂ ਪ੍ਰਸ਼ਨ ਦਿਲ ਦਰਿਆ ਸ਼ਬਦ ਨੂੰ ਪੁੱਛਿਆ ਗਿਆ। ਦਿਲ ਦਰਿਆ ਦੋਨਾਂ ਸ਼ਬਦਾਂ ਦੇ ਵਿੱਚ ਰੂਪਕ ਅਲੰਕਾਰ ਹੈ। ਦਿਲ ਨੂੰ ਦਰਿਆ ਦਾ ਰੂਪ ਦੱਸਿਆ ਗਿਆ। ਦਿਲ ਦਰਿਆ ਸਮੁੰਦਰੋਂ ਡੂੰਘਾ ਕੌਣ ਦਿਲਾਂ ਦੀਆਂ ਜਾਣੇ, ਹੈ ਨਾ। ਅਤੇ ਜਦੋਂ ਇਸ ਤਰ੍ਹਾਂ ਦਾ ਪਾਤਾ ਪ੍ਰਸ਼ਨ ਅਤੇ ਥੱਲੇ ਪਾਤੇ ਆਪਸ਼ਨ, ਪਹਿਲਾਂ ਹੀ ਪਾਉਂਦਾ ਜੀ ਬੁੱਲੇ ਸ਼ਾਹ। ਪਹਿਲਾ ਆਪਸ਼ਨ ਜਦੋਂ ਪਾਇਆ ਬੁੱਲੇ ਸ਼ਾਹ, ਅਤੇ ਸਾਡੇ ਵੀ ਦਿਲਾਂ ਦੀਆਂ ਫਿਰ ਕੌਣ ਜਾਣੇ। ਫਿਰ ਘਰੇ ਆਣ ਕੇ ਪਤਾ ਲੱਗਿਆ ਵੀ ਓਹੋ, ਇਹ ਤਾਂ ਸੁਲਤਾਨ ਬਾਹੂ ਦੀ ਰਚਨਾ ਸੀਗੀ। ਆਹ ਜਿਹੜੀਆਂ ਦੋ ਪੰਕਤੀਆਂ ਬੜੀਆਂ ਮਸ਼ਹੂਰ ਹੋਈਆਂ, ਦਿਲ ਦਰਿਆ ਸਮੁੰਦਰੋਂ ਡੂੰਘਾ ਕੌਣ ਦਿਲਾਂ ਦੀਆਂ ਜਾਣੇ। ਵਾਕਈ ਸੱਚੀ ਗੱਲ ਹੈ, ਦਿਲਾਂ ਦੀਆਂ ਕੋਈ ਨਹੀਂ ਜਾਣ ਸਕਦਾ। ਆਤਮ ਵਿਕਾਸ ਦੇ ਪੜਾਵਾਂ ਨੂੰ 14 ਤਬਕਾਂ ਦੇ ਪ੍ਰਤੀਕ ਵਜੋਂ ਵਰਤਿਆ ਇਸਨੇ। 14 ਤਬਕਾਂ ਦਾ ਵੇਰਵਾ ਜਿਹੜਾ ਇਹ ਜਿਹੜੇ ਮਤਲਬ ਇਸਲਾਮ ਧਰਮ ਦੇ ਨਾਲ ਸੰਬੰਧਿਤ ਗ੍ਰੰਥ ਨੇ, ਉਹਨਾਂ ਦੇ ਵਿੱਚ 14 ਤਬਕਾਂ ਦੀ ਗੱਲ ਆਉਂਦੀ ਹੈ। ਆਤਮ ਵਿਕਾਸ ਦੇ ਪੜਾਅ ਕਹਿੰਦਾ ਜੀ 14 ਤਬਕਾਂ ਦੇ ਵਿੱਚ ਵੰਡ ਕੇ ਇਹ ਦੇਖਦਾ ਹੈ। ਮੁਰਸ਼ਿਦ ਵਾਸਤੇ ਸੁਨਿਆਰ, ਮੱਕਾ ਰਹਿਮਤ ਦਾ ਦਰਵਾਜ਼ਾ। ਆਪਣੇ ਗੁਰੂ ਵਾਸਤੇ ਕਹਿੰਦਾ ਜੀ ਮੇਰਾ ਗੁਰੂ ਸੁਨਿਆਰ ਅਤੇ ਮੈਨੂੰ ਘੜ ਦੂਗਾ, ਉਹ ਸੋਨੇ ਵਰਗਾ ਬਣਾ ਦੂਗਾ। ਉਸ ਤੋਂ ਬਾਅਦ ਮੱਕਾ ਵੀ ਮੁਰਸ਼ਿਦ ਹੈ ਜਿਹੜਾ, ਉਹ ਮੇਰਾ ਮੱਕਾ ਹੈ, ਸਭ ਤੋਂ ਪਵਿੱਤਰ ਜਗ੍ਹਾ ਜਿਹੜੀ। ਰਹਿਮਤ ਦਾ ਦਰਵਾਜ਼ਾ, ਰਹਿਮਤ ਕਿਰਪਾ ਦਾ ਦਰਵਾਜ਼ਾ ਕੌਣ ਹੈ ਜੀ? ਮੇਰਾ ਮੁਰਸ਼ਿਦ ਹੈ। ਅਰਬੀ ਫਾਰਸੀ ਸ਼ਬਦਾਂ ਦੀ ਤਾਂ ਵਰਤੋਂ ਹੀ ਬੜੀ ਕੀਤੀ ਹੈ, ਖੁੱਲ੍ਹ ਕੇ ਦਿਲ ਖੋਲ੍ਹ ਕੇ ਵਰਤੋਂ ਕੀਤੀ ਹੈ। ਤਾਂ ਹੀ ਤਾਂ ਇੰਨੀ ਪ੍ਰਸਿੱਧੀ ਦੂਜਿਆਂ ਦੀ ਬਜਾਏ ਨਹੀਂ ਮਿਲਣ ਦਾ ਕਾਰਨ ਇਹ ਵੀ ਹੁੰਦਾ। ਲੋਕ ਬੋਲੀ ਦੀ ਵਰਤੋਂ ਕਰਨੀ ਇੱਕ ਹੁੰਦੀ ਹੈ ਪੜ੍ਹਿਆ ਲਿਖਿਆ ਵਾਲੀ ਬੋਲੀ ਦੀ ਵਰਤੋਂ ਕਰਨੀ। ਇਹ ਸ਼ਾਹ ਹੁਸੈਨ ਹੋਇਆ, ਬੁੱਲੇ ਸ਼ਾਹ ਹੋਇਆ, ਬਾਬਾ ਫਰੀਦ ਹੋਇਆ, ਇਹ ਲੋਕ ਬੋਲੀ ਦੀ ਵਰਤੋਂ ਕਰਦੇ ਆ। ਪਰ ਸੁਲਤਾਨ ਬਾਹੂ ਅਰਬੀ ਫਾਰਸੀ ਦੀ ਵਰਤੋਂ ਕਰਦਾ, ਇਸ ਕਰਕੇ ਥੋੜ੍ਹਾ ਜਿਹਾ ਘਾਟਾ ਪੈਂਦਾ ਇੱਥੇ। ਕੁਰਾਨ ਦੀਆਂ ਆਇਤਾਂ ਦਾ ਹਵਾਲਾ ਵੀ ਦਿੰਦਾ ਹੈ ਜੀ। ਆਪਣੀ ਝੰਗ ਇਲਾਕੇ ਦੀ ਲਹਿੰਦੀ ਭਾਸ਼ਾ ਦੀ ਵਰਤੋਂ ਕਿਤੇ ਕਿਤੇ ਹੋਈ ਹੈ, ਪਰ ਬਹੁਤੀ ਸ਼ਬਦਾਵਲੀ ਅਰਬੀ ਫਾਰਸੀ ਵਾਲੀ ਹੈ ਜੀ। ਪਹਿਲਾ ਪੰਜਾਬੀ ਸੂਫੀ ਕਵੀ ਹੈ ਜੋ ਇਸਲਾਮੀ ਤਸੱਵੁਫ, ਇਸਲਾਮਿਕ ਰਹੱਸਵਾਦ ਅਤੇ ਧਾਰਮਿਕ ਚਿੰਤਨ ਵਾਸਤੇ ਪਹਿਲੀ ਵਾਰ ਸ਼ੀਰਫੀ ਕਾਵ ਰੂਪ ਦੀ ਵਰਤੋਂ ਕਰਦਾ ਹੈ। ਸ਼ੀਰਫੀ ਦੇ ਬੰਦ ਨਿਸ਼ਚਿਤ ਨਹੀਂ ਗਏ ਜੀ। ਇਹਨੇ ਸ਼ੀਰਫੀ ਦੇ ਬੰਦ ਜਿਹੜੇ ਮਤਲਬ ਪਦੇ ਲਿਖੇ ਹੋਏ ਆ, ਉਹਨਾਂ ਦੀ ਗਿਣਤੀ ਨਿਸ਼ਚਿਤ ਨਹੀਂ ਗੀ। ਪਦੇ ਮਤਲਬ ਤੁਕਾਂ ਦਾ ਇੱਕ ਸਮੂਹ, ਉਹਨੂੰ ਬੰਦ ਕਿਹਾ ਜਾਂਦਾ। ਲਾਈਨਾਂ ਦਾ ਸਤਰਾਂ ਦਾ ਸਮੂਹ, ਉਹ ਸਮੂਹ ਹੈ ਜਿਹੜਾ ਉਹ ਬੰਦ। ਅਤੇ ਉਹ ਬੰਦ ਹੈ ਜੀ ਜਿਹੜੇ ਉਹ ਕੀ ਹੈ ਵੀ ਨਿਸ਼ਚਿਤ ਨਹੀਂ ਗੇ। ਜਿਵੇਂ ਕਾਫ ਦੇ ਨਾਲ, ਕਾਫ ਅੱਖਰ ਦੇ ਨਾਲ 12 ਬੰਦ, ਕਾਫ ਅੱਖਰ ਦੇ ਵਿੱਚ, ਜੀਮ ਦੇ ਵਿੱਚ 18, ਐਨ ਦੇ ਵਿੱਚ 23, ਸੀਨ ਜ਼ਵਾਦ ਜ਼ੋਏ ਜ਼ੇ ਦੇ ਨਾਲ ਇੱਕ ਬੰਦ ਹੀ ਲਿਖਿਆ। ਅੱਗੇ ਸਾਰੇ ਮੈਂ ਗਿਣ ਹੀ ਦਿੱਤੇ। ਮੈਂ ਕਿਹਾ ਚਲੋ ਇਹ ਵੀ ਵਿਹਲੇ ਬੈਠੇ ਕਰ ਹੀ ਲੈਣੇ, ਕੋਈ ਪਤਾ ਨਹੀਂ ਗਾ, ਹੈ ਨਾ। ਜ਼ਿੰਦਗੀ ਦਾ ਕੋਈ ਪਤਾ ਨਹੀਂ ਬੇਟਾ ਜੀ। 186 ਸ਼ੀਰਫੀਆਂ ਦੀ ਵਰਤੋਂ ਕੀਤੀ ਹੈ, 186 ਸ਼ੀਰਫੀਆਂ ਰਚੀਆਂ, ਅਤੇ ਉਹਦੇ ਵਿੱਚ ਦੇਖ ਲਓ ਜੀ ਅਲਫ ਦੇ ਨਾਲ ਹੈਗੀ ਹੈ ਜੀ 14 ਬੰਦ, ਅਲਫ ਦੇ ਨਾਲ 14, ਬੇ ਨੂੰ 9, ਆ ਸਾਰੇ ਨਾਲੇ ਅੱਖਰ ਸਾਰੇ ਦੇ ਸਾਰੇ ਲਿਖੇ ਹੋਏ ਆ। ਇਹ ਸਾਰੇ ਦੇ ਸਾਰੇ ਲਿਖੇ ਆ। ਮੈਨੂੰ ਲੱਗਦਾ ਵੀ 31 ਹੋ ਜਾਣਗੇ, ਕਿਉਂਕਿ ਅਲਫ 2 ਵਾਰੀ ਲਿਖਿਆ। ਇਹ ਵੀ ਥੋੜ੍ਹਾ ਜਿਹਾ ਧਿਆਨ ਰੱਖਣਾ ਵੀ ਅਲਫ 2 ਵਾਰੀ ਲਿਖਿਆ ਹੈ। ਹਾਂਜੀ, ਅਲਫ ਨਾਲ 14, ਬੇ ਨਾਲ 9, ਪੇ ਨਾਲ 7। ਆ ਪੇ ਤਾਂ ਦੁਆਬੇ ਦੀ ਬੋਲੀ ਵਾਲਾ ਸ਼ਬਦ ਹੈ, ਪਤਾ ਤੁਹਾਨੂੰ।
पे मतलब ਪਿਓ ਨੂੰ ਕਹਿੰਦੇ ਆ ਦੁਆਬੇ ਦੇ ਲੋਕ, ਸੇ ਜਿਹੜਾ ਐਪਲ ਉਹਨੂੰ ਸੇ ਕਹਿੰਦੇ ਆ, ਦੁਆਬੇ ਦੇ ਲੋਕ ਕਹਿੰਦੇ ਆ ਘਿਓ ਨੂੰ ਘੇ। ਸੋ ਇਹ ਬੋਲੀ ਹੈ ਜਿਹੜੀ, ਵੈਸੇ ਹੈ ਇਹ ਸ਼ਬਦ ਹੈ ਜਿਹੜਾ ਇਹ ਅਰਬੀ ਫਾਰਸੀ ਦੀ ਜਿਹੜੀ ਲਿਪੀ ਆ ਉਹਦਾ ਅੱਖਰ ਹੈ। पे ते से जीम चे हे खे दाल जाल रे जे, पता नहीं की करी जाते हैं गुरु जी। हाँ शीन, एक सीन होंदा एक शीन, सीन शीन। हाँ स्वाद जवाद तोए जोए ऐन गैन फे काफ गाफ लाम मीम नून, ला नून भी हैगा, नून रोटी खाएंगे, नून भी आ गया। वाह हे अलफ, ये अलफ आ गया फिर दुबारे। अलफ दे नाल देख लो, पहले नाल 14 बनता तो जोड़ा लास्ट दे विच अलफ है उहदे नाल 6 है। अलफ, अलफ का शाब्दिक अर्थ होंदा एक, तो वह अल्लाह का संकेतक है। अलफ, अलफ का शाब्दिक अर्थ ही एक होंदा, अलफ एक। तो बे का मतलब भी बिना आप पढ़ते ही है ना, बेमिसाल मतलब जिसकी कोई मिसाल ना हो बे। ये थोड़े जे मैं चलो शाब्दिक अर्थ भी। हुण देखो जी होर गल करते हैं, जिहड़ा आपां गल कर चुके हैं वैसे भी, सुल्तान बाहू है जिहड़ा वह कादरी सरवरी फिरके नाल संबंधित है। हाँ जी ध्यान रखियो बेटा जी, सोहरावादी संप्रदाय नहीं गा, ध्यान रखना इस गल नूं। बाहू की रचना विच कहंदे जी लोहड़े का सोज, सोज का मतलब भी दुख दर्द है, बड़ा दुख दर्द है। बिल्कुल जी हैगा जी। रचना के विषय एक तो तवक्कल भरोसा, फकीरी, जिक्र जिक्र बंदगी, नफ्स, नफ्स होंदा बदी बुरे काम भैड़े काम, तौहीद, तौहीद का मतलब होंदा अतवैत ਜਾਂ रब नूं एक मनना। तौहीद शब्द के नेड़े तेड़े एक शब्द होंदा तौहीन, नै दे नाल तौहीन, तुहानूं लगदा होगा पर दोवां दे विच फर्क है। तौहीद का मतलब है अद्वैत या रब नूं एक मनना। अद्वैतवाद जिहड़ा मतलब रब वर्गा कोई दूसरा नहीं, रब एक ही है। एक शब्द है जी तौहीन, तौहीन का मतलब होंदा बेइज्जती करनी। तौहीन, आपने हमारी तौहीन कर दी, मतलब की कीता, आपने हमारी बेइज्जती कर दी। हाँ हुण ठीक है। तौहीद ते तौहीन दोनों अलग अलग है। हो सकता विद्यार्थी थोड़ा जिहा भुलेखा खांदे होण, मैं कहा दस देवां, क्योंकि आपां तौहीन शब्द तो सुनिया, तौहीद नहीं सुनिया। मौला बख्श कुश्ता ने जी होर गल्लां की आखियां देखो। मौला बख्श कुश्ता कहंदा भी जिहड़ा सुल्तान बाहू है वो जमांदरू वली अते अल्लाह लोक है। आपां कहंदे फलाना बंदा जी भला लोक है ना, लोक शब्द का इस्तेमाल करते हैं, उवें ही मौला बख्श कुश्ता ने जमांदरू वली ते अल्लाह लोक कहा है। हाँ जी सुल्तान बाहू आप एनुल फर्क नाम की पुस्तक दे विच लिखदा है। सुल्तान, मैं तुहानूं कहा सी ना सुल्तान बाहू ने अपनी माँ बारे बड़ी सुंदर गल लिखी है, तो वह किहड़ी पुस्तक दे विच लिखी है? एनुल फकर दे विच सुल्तान बाहू ने बड़े फकर दे नाल अपनी माँ के बारे गल कही है जी, भी मेरी माँ ने मेरा नाम रखा बाहू, बा प्लस हू। बा प्लस हू का मतलब अल्लाह दे नाल रहने वाला। बाहू का बाहू जिहड़ा शब्द है इसदा अर्थ बनता ही अल्लाह, अल्लाह रब, ते बाहू का मतलब रब दे नाल रहने वाला। जो रवे रब दे नाल, नाम उदा सुल्तान बाहू। नाम रख के कहंदा भी अजिहा संस्कार बख्शिया कि मैं सदा अल्लाह दे अंग संग हमेशा नाल रहना। यह सुल्तान बाहू ने बड़े फकर दे नाल एनुल फकर दे विच एक लिखिया होया। बाहू के अनुसार इश्क का दर्जा कहंदा जी ईमान तो उच्चा है। सुल्तान बाहू का रब दे नाल इश्क देख लो कितना वड्डा है। कहंदा जी इनू ईमान तो भी उच्चा मानदा मैं। इश्क का दर्जा इलम तो भी उच्चा है, इलम विद्या तो बिल्कुल इश्क का दर्जा बहुत उच्चा है, क्योंकि सुल्तान बाहू का इश्क है जिहड़ा वो इश्क हकीकी है, परमात्मा दे नाल। एक हुंदा इश्क मजाजी, एक हुंदा है जी इश्क हकीकी। एक सूफी कवि इश्क मजाजी तो अपनी यात्रा शुरू करके इश्क हकीकी तक का सफ़र तय करता है। फिर सुल्तान बाहू एक होया। आ गई सी गल मुहम्मद बख्श, मियाँ मुहम्मद बख्श सैफुल मलूक का जिहड़ा करता है, उहदी आपां गल कह के ते आ टॉपिक आपां करते हैं खत्म। हाँ जी फिर सुल्तान बाहू एक होया खासा मर्द हकानी, दौड़े पाक जबान ओदी दे रोशन दोही जहानी। मिलते हैं जी अगली जमात दे विच। सत श्री अकाल।